ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਵਗਿਆ ਪਰਮੇਸ਼ਰ। ਅੱਜ ਦੇ ਵਚਨ ਨੂੰ ਸਾਨੂੰ ਸਿੱਖਣ ਦੇ ਲਈ ਆਪਣੀ ਬੁੱਧ, ਆਪਣੀ ਸਮਝ, ਆਪਣਾ ਗਿਆਨ ਦੇ, ਤਾਂ ਕਿ ਅਸੀਂ ਤੇਰੇ ਵਚਨ ਨੂੰ ਸਿੱਖਦੇ ਹੋਏ ਤੇਰੇ ਸਵਰਗੀ ਰਾਜ ਵਿੱਚ ਵਧਦੇ ਜਾਈਏ ਔਰ ਤੇਰਾ ਹੀ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋਵੇ। ਤੇਰੀ ਬਾਣੀ ਦੇ ਵਿੱਚ ਲਿਖਿਆ ਹੈ, ਜਿਉਂ-ਜਿਉਂ ਤੁਸੀਂ ਉਸ ਦਿਨ ਨੂੰ ਨੇੜੇ ਆਉਂਦੇ ਦੇਖੋ, ਤਿਉਂ-ਤਿਉਂ ਤੁਸੀਂ ਹੋਰ ਵੀ ਜ਼ਿਆਦਾ ਇੱਕ ਦੂਸਰੇ ਨੂੰ ਉਤਸ਼ਾਹ ਦੇਣਾ, ਉਪਦੇਸ਼ ਦੇਣਾ ਨਾ ਛੱਡਿਓ ਅਤੇ ਪ੍ਰਭੂ ਦੇ ਵਿੱਚ ਵਧਦੇ ਜਾਓ। ਉਹ ਪਰਮੇਸ਼ਰ ਪਿਤਾ, ਇਸ ਵਚਨ ਦੇ ਨਾਲ ਅੱਜ ਦੇ ਵਚਨ ਨੂੰ ਔਰ ਸੁਣਨ ਵਾਲਿਆਂ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ, ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਲਿਆ ਹੈ ਕਹਾਵਤਾਂ 22 ਅਧਿਆਏ ਉਸ ਦੀ 15 ਆਇਤ ਦੇ ਵਿੱਚੋਂ। ਇਸ ਦੇ ਵਿੱਚ ਲਿਖਿਆ ਹੈ, ਬਾਲਕ ਦੇ ਮਨ ਵਿੱਚ ਮੂਰਖਤਾਈ ਵਧੀ ਹੋਈ ਹੁੰਦੀ ਹੈ, ਤਾੜ ਦੀ ਛਿਟੀ ਉਸ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ। ਇਸ ਦਾ ਜੋ ਮੈਂ ਸਬਜੈਕਟ ਲਿਆ ਹੈ ਉਹ ਹੈ, ਇੱਕ ਵਿਸ਼ਵਾਸੀ ਪਰਿਵਾਰ ਵਿੱਚ ਬੱਚਿਆਂ ਦੀ ਪਰਵਰਿਸ਼ ਪ੍ਰਭੂ ਦੇ ਵਚਨ ਦੇ ਨਾਲ ਹੋਣੀ ਚਾਹੀਦੀ ਹੈ। ਇੱਕ ਵਿਸ਼ਵਾਸੀ ਪਰਿਵਾਰ ਵਿੱਚ ਬੱਚਿਆਂ ਦੀ ਪਰਵਰਿਸ਼ ਪ੍ਰਭੂ ਦੇ ਵਚਨ ਦੇ ਨਾਲ ਹੋਣੀ ਚਾਹੀਦੀ ਹੈ। ਅਸੀਂ ਜਦੋਂ ਇਸ ਵਚਨ ਨੂੰ ਪੜ੍ਹਦੇ ਹਾਂ, ਬਾਲਕ ਦੇ ਮਨ ਵਿੱਚ ਮੂਰਖਤਾਈ ਵਧੀ ਹੋਈ ਹੁੰਦੀ ਹੈ। ਮੂਰਖਤਾਈ ਕਦੋਂ ਸਾਡੇ ਜੀਵਨ ਦੇ ਵਿੱਚ ਆਉਂਦੀ ਹੈ? ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦੇ ਉੱਤੇ ਔਰ ਪਰਮੇਸ਼ਰ ਦੇ ਉੱਤੇ ਧਿਆਨ ਨਹੀਂ ਲਾਉਂਦੇ ਹਾਂ ਔਰ ਆਪਣੇ ਬੱਚਿਆਂ ਦੇ ਨਾਲ ਪਰਮੇਸ਼ਰ ਦੇ ਵਚਨ ਦੇ ਵਿੱਚ ਸੰਗਤ ਨਹੀਂ ਕਰਦੇ ਹਾਂ। ਉਦੋਂ ਬਾਲਕ ਦੇ ਮਨ ਦੇ ਵਿੱਚ ਮੂਰਖਤਾਈ ਵਧੀ ਜਾਂਦੀ ਆ ਅਤੇ ਉਹ ਸਿਆਣਪ ਦੀਆਂ ਗੱਲਾਂ ਨਹੀਂ, ਮੂਰਖਤਾਈ ਦੀਆਂ ਗੱਲਾਂ ਕਰਦਾ ਹੈ। ਪਰ ਬਾਈਬਲ ਸਾਨੂੰ ਪਰਮੇਸ਼ਰ ਦੇ ਵਿੱਚ ਸਾਫ਼ ਰੀਤੀ ਨਾਲ ਦੱਸਦੀ ਹੈ ਕਿ ਸਾਨੂੰ ਬੱਚਿਆਂ ਦੇ ਪ੍ਰਤੀ ਸਜਗ, ਭਾਵ ਚੁਕੰਨੇ ਹੋਣਾ ਚਾਹੀਦਾ ਹੈ। ਬਾਈਬਲ ਦੇ ਵਿੱਚ ਜਦੋਂ ਅਸੀਂ ਜ਼ਬੂਰ 127 ਉਸ ਦਾ 3 ਪੜ੍ਹਦੇ ਹਾਂ ਤਾਂ ਪਰਮੇਸ਼ਰ ਦਾ ਵਚਨ ਪਹਿਲੀ ਗੱਲ ਸਾਨੂੰ ਇਹ ਦੱਸਦਾ ਹੈ ਕਿ ਬੱਚੇ ਯਹੋਵਾ ਵੱਲੋਂ ਮਿਰਾਸ ਹਨ, ਪਰਮੇਸ਼ਰ ਵੱਲੋਂ ਦਾਨ ਹਨ। ਇਹ ਦਾਨ ਪਰਮੇਸ਼ਰ ਦਾ ਹੈ। ਇਹ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਬਰਕਤ ਦਿੱਤੀ ਗਈ ਹੈ। ਪਰ ਇਸ ਬਰਕਤ ਦੇ ਲਈ ਪਰਮੇਸ਼ਰ ਬਾਈਬਲ ਦੇ ਵਿੱਚ ਚਿੰਤਾ ਕਰਦਾ ਹੋਇਆ ਬੱਚਿਆਂ ਦੇ ਲਈ ਨਜ਼ਰ ਆਉਂਦਾ ਹੈ ਅਤੇ ਉਹ ਬੱਚਿਆਂ ਨੂੰ ਸਿੱਖਿਆ ਦੇਣ ਦੇ ਲਈ, ਵਚਨ ਦੀ ਸਿੱਖਿਆ ਦੇਣ ਦੇ ਲਈ ਬਾਰ-ਬਾਰ ਉਹਨਾਂ ਨੂੰ ਆਪਣੇ ਵਚਨ ਦੇ ਵਿੱਚ ਚੇਤਾਵਨੀ ਅਤੇ ਉਹਨਾਂ ਨੂੰ ਨਿਰਦੇਸ਼ ਦਿੰਦੇ ਹੋਏ ਨਜ਼ਰ ਆਉਂਦਾ ਹੈ। ਪਹਿਲੀ ਗੱਲ, ਜਦੋਂ ਅਸੀਂ ਬੱਚਿਆਂ ਦੇ ਨਿਰਦੇਸ਼ਤਾ ਦੀ ਗੱਲ ਕਰਦੇ ਹਾਂ ਤਾਂ ਮੇਰੇ ਨਾਲ ਤੁਸੀਂ ਵਿਵਸਥਾ ਸਾਰ ਦੀ ਪੁਸਤਕ ਉਸਦਾ 6 ਅਧਿਆਏ ਉਸ ਦੀ 7 ਅਤੇ 8 ਆਇਤ ਨੂੰ ਪੜ੍ਹ ਸਕਦੇ ਹਾਂ। ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ, ਤੁਸੀਂ ਆਪਣੇ ਘਰ ਬੈਠਦਿਆਂ, ਰਾਹ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਉਹਨਾਂ ਦੀ ਚਰਚਾ ਕਰਿਆ ਕਰੋ। ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥਾਂ ਵਿੱਚ ਬੰਨ੍ਹੋ ਅਤੇ ਤੁਹਾਡੇ ਨੇਤਰਾਂ ਦੇ ਵਿਚਕਾਰ ਉਹ ਤਵੀਤ ਜਿਹੀਆਂ ਹੋਣ। ਬਾਈਬਲ ਬੱਚਿਆਂ ਦੇ ਲਈ ਬਿਲਕੁਲ ਸੁਚੇਤ ਕਰਨ ਵਾਲੀ ਇੱਕ ਕਿਤਾਬ ਹੈ। ਉਹ ਮਾਪਿਆਂ ਨੂੰ ਇੱਕ ਗੱਲ ਕਹਿੰਦੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਉੱਠਦੇ, ਬੈਠਦੇ, ਚੱਲਦੇ ਫਿਰਦੇ ਉਹਦੀ ਸਿੱਖਿਆ ਦੇਣੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚੇ ਬੁੱਧੀਮਾਨ ਹੋਣ, ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚੇ ਆਦਰ ਅਤੇ ਸਨਮਾਨ ਦੇਣ ਵਾਲੇ ਹੋਣ, ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚੇ ਸਫਲ ਹੋਣ, ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚਿਆਂ ਦੇ ਵਿੱਚੋਂ ਪਰਮੇਸ਼ਰ ਦਾ ਪ੍ਰੇਮ ਸਭਨਾਂ ਦੇ ਵਿੱਚ ਆਗਿਆਕਾਰੀਤਾ ਦੇ ਨਾਲ ਪ੍ਰਗਟ ਹੋਵੇ, ਪਿਆਰੋ, ਤਾਂ ਸਾਨੂੰ ਵਚਨ ਦੀ ਸਿੱਖਿਆ ਦੇਣੀ
ਜ਼ਰੂਰੀ ਹੈ, ਅਨਵਰਿਆ ਹੈ। ਦੂਸਰੀ ਗੱਲ ਜੋ ਨਵੇਂ ਨੇਮ ਦੇ ਵਿੱਚ ਪਰਮੇਸ਼ਵਰ ਨੇ ਇਸੇ ਵਚਨ ਦੇ ਬਾਰੇ ਬੱਚਿਆਂ ਦੇ ਪ੍ਰਤੀ ਸਾਨੂੰ ਸਿੱਖਿਆ ਦਿੱਤੀ ਹੈ। ਅਸੀਂ ਜਦੋਂ ਮਤੀ ਦੀ ਅੰਜੀਲ ਉਸ ਦਾ 19 ਅਧਿਆਏ ਉਸ ਦੀ 13 ਅਤੇ 14 ਆਇਤ ਨੂੰ ਪੜ੍ਹਦੇ ਹਾਂ। ਇੱਥੇ ਲਿਖਿਆ ਹੈ, ਤਦ ਛੋਟੇ ਬਾਲਕਾਂ ਨੂੰ ਉਹਦੇ ਕੋਲ ਲਿਆਏ ਤਾਂ ਜੋ ਉਹਨਾਂ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕਰੇ, ਪਰ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ। ਤਦ ਯਿਸੂ ਨੇ ਆਖਿਆ, ਬਾਲਕਾਂ ਨੂੰ ਕੁਝ ਨਾ ਆਖੋ ਅਤੇ ਉਹਨਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਵਰਜੋ, ਕਿਉਂ ਜੋ ਸਵਰਗ ਦਾ ਰਾਜ ਇਹੋ ਜਿਹਾਂ ਦਾ ਹੈ। ਇੱਥੇ ਪਰਮੇਸ਼ਰ ਪੁੱਤਰ ਬੱਚਿਆਂ ਦੇ ਲਈ ਚਿੰਤਾ ਕਰਦਾ ਹੋਇਆ ਨਜ਼ਰ ਆਉਂਦਾ ਹੈ। ਬਾਈਬਲ ਦੇ ਵਿੱਚ ਇੱਕ ਅਜਿਹੀ ਇਹ ਆਇਤ ਹੈ ਜਿੱਥੇ ਅਸੀਂ ਦੇਖਦੇ ਹਾਂ ਕਿ ਛੋਟੀ ਉਮਰੇ ਪਰਮੇਸ਼ਰ ਬੱਚਿਆਂ ਨੂੰ ਆਪਣੇ ਕੋਲ ਬੁਲਾਉਂਦਾ ਹੈ ਔਰ ਮਾਪਿਆਂ ਨੂੰ ਵੀ ਕਹਿੰਦਾ ਹੈ, ਉਹਨਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੋ, ਉਹਨਾਂ ਨੂੰ ਨਾ ਵਰਜੋ। ਇਹ ਪਰਮੇਸ਼ਵਰ ਦੀ ਸੋਚ ਹੈ ਔਰ ਪਰਮੇਸ਼ਵਰ ਚਾਹੁੰਦਾ ਹੈ ਕਿ ਸਾਡੇ ਬੱਚੇ ਪਰਮੇਸ਼ਵਰ ਦੇ ਗਿਆਨ ਦੇ ਨਾਲ ਬੁੱਧੀਮਾਨ ਹੋ ਜਾਣ। ਜੇ ਪਰਮੇਸ਼ਵਰ ਦਾ ਗਿਆਨ ਸਾਡੇ ਕੋਲ ਹੈ ਤਾਂ ਸੰਸਾਰ ਦੇ ਗਿਆਨ ਦੇ ਵਿੱਚ ਸਾਡੇ ਬੱਚੇ ਆਟੋਮੈਟਿਕ ਮਤਲਬ ਕਿ ਖੁਦ ਵਾ ਖੁਦ ਗਿਆਨਵਾਨ ਹੋ ਜਾਣਗੇ। ਪਰ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਪਰਮੇਸ਼ਵਰ ਦੇ ਵਚਨ ਦੇ ਨੇੜੇ ਲੈ ਕੇ ਆਈਏ, ਉਹਨਾਂ ਨੂੰ ਚੱਲਦੇ ਉੱਡਦੇ ਬੈਠਦੇ ਅਸੀਂ ਪਰਮੇਸ਼ਵਰ ਦੇ ਵਚਨ ਦੀ ਸਿੱਖਿਆ ਦੇਈਏ। ਔਰ ਦੂਸਰੀ ਗੱਲ, ਬੱਚੇ ਨੂੰ ਤਾੜਨਾ ਜ਼ਰੂਰੀ ਹੈ ਔਰ ਬੱਚੇ ਦੇ ਲਈ ਛਿਟੀ ਚੱਕਣੀ ਜ਼ਰੂਰੀ ਹੈ, ਕਿਉਂਕਿ ਵਚਨ ਇਸ ਗੱਲ ਨੂੰ ਸਾਨੂੰ ਸਾਫ਼ ਰੀਤੀ ਨਾਲ ਦੱਸਦਾ ਹੈ। ਜਦੋਂ ਅਸੀਂ ਕਹਾਵਤਾਂ ਦੀ ਪੁਸਤਕ ਉਸ ਦਾ 13 ਅਧਿਆਏ ਉਸ ਦੀ 24 ਆਇਤ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਪਰਮੇਸ਼ਰ ਦੇ ਵਚਨ ਦੇ ਵਿੱਚ ਪਰਮੇਸ਼ਰ ਦਾ ਦਾਸ ਸੁਲੇਮਾਨ ਇੱਥੇ ਮਾਪਿਆਂ ਨੂੰ ਇੱਕ ਸਾਫ਼ ਚੇਤਾਵਨੀ ਅਤੇ ਸਾਫ਼ ਸਿੱਖਿਆ ਦੇ ਰਿਹਾ ਹੈ। ਮੈਂ ਆਪ ਨੂੰ ਪੜ੍ਹ ਰਿਹਾ। ਇੱਥੇ ਲਿਖਿਆ ਹੈ, ਜਿਹੜਾ ਪੁੱਤਰ ਉੱਤੇ ਸੋਠੀ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਅਤੇ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ ਤਾਂ ਉਹ ਉਸ ਨੂੰ ਆਪਣੇ ਲਈ ਇੱਕ ਅੱਛੇ ਆਦਰ ਦੇ ਸਥਾਨ ਦੇ ਲਈ ਪ੍ਰਾਪਤ ਕਰ ਲੈਂਦਾ ਹੈ। ਅਸੀਂ ਸੋਚਦੇ ਹਾਂ ਬੱਚਿਆਂ ਦੇ ਲਈ ਛਿਟੀ ਚੱਕਣੀ ਕੋਈ ਅਨਵਰਿਆ ਨਹੀਂ, ਪਰ ਕਈ ਵਾਰ ਸਾਨੂੰ ਅਜਿਹੇ ਰਾਸਤੇ ਨੂੰ ਸਹੀ ਕਰਨ ਦੇ ਲਈ ਇਹ ਛਿਟੀ ਚੱਕਣੀ ਪੈਂਦੀ ਹੈ। ਬਾਈਬਲ ਦੇ ਵਿੱਚ ਵਾਰ-ਵਾਰ ਪਰਮੇਸ਼ਰ ਆਪਣੇ ਵਚਨ ਦੇ ਵਿੱਚ ਇਹ ਗੱਲਾਂ ਸਾਨੂੰ ਦੱਸਦਾ ਹੋਇਆ ਨਜ਼ਰ ਆਉਂਦਾ ਹੈ। ਮੈਂ ਆਪ ਦੇ ਲਈ ਇਸ ਗੱਲ ਨੂੰ ਪੜ੍ਹਨ ਦੇ ਲਈ ਔਰ ਇਸੇ ਕਹਾਵਤਾਂ ਦਾ 29 ਅਧਿਆਏ ਉਸ ਦੀ 15 ਅਤੇ 17 ਆਇਤ ਨੂੰ ਆਪ ਦੇ ਲਈ ਪੜ੍ਹ ਰਿਹਾ ਹਾਂ। 29 ਦੀ 15 ਅਤੇ 17 ਇੱਥੇ ਲਿਖਿਆ ਹੈ, ਤਾੜ ਅਤੇ ਛਿਟੀ ਬੁੱਧ ਦਿੰਦੀਆਂ ਹਨ। ਦੇਖੋ, ਅਸੀਂ ਬੱਚਿਆਂ ਨੂੰ ਨਾ ਤਾੜਦੇ ਹਾਂ, ਜੇ ਉਹ ਗਲਤੀ ਕਰਦਾ ਅਸੀਂ ਮੈਂ ਕਈ ਬਲੀਵਰਸ ਨੂੰ ਵੀ ਦੇਖਿਆ ਹੈ, ਉਹ ਹੱਸਦੇ ਰਹਿੰਦੇ ਆ। ਜੇ ਤੁਸੀਂ ਬੱਚੇ ਦੀ ਗਲਤੀ ਤੇ ਗੰਭੀਰ ਨਹੀਂ ਹੋਏ ਤਾਂ ਇਹਦਾ ਮਤਲਬ ਹੈ ਤੁਸੀਂ ਬੱਚੇ ਨੂੰ ਪਾਪ ਕਰਨ ਦੇ ਲਈ ਉਸਕਾ ਰਹੇ ਹੋ, ਉਸ ਨੂੰ ਪਾਪ ਕਰਨ ਤੇ ਰੋਕ ਨਹੀਂ ਰਹੇ ਹੋ। ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਬੱਚਾ ਤੁਹਾਡੇ ਲਈ, ਤੁਹਾਡੇ ਨਾਮ ਦੇ ਲਈ, ਤੁਹਾਡੇ ਪਰਮੇਸ਼ਵਰ ਦੇ ਲਈ ਨਿੰਦਾ ਦਾ ਕਾਰਨ ਬਣੇਗਾ। ਪਰ ਇੱਥੇ ਸੁਲੇਮਾਨ ਕਹਿੰਦਾ ਹੈ ਕਿ ਤਾੜ ਅਤੇ ਛਿਟੀ ਬੁੱਧ ਦਿੰਦੀਆਂ ਹਨ, ਪਰ ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ, ਭਾਵ ਬੇਸ਼ਰਮੀ, ਨਿੰਦਾ ਲੈ ਕੇ ਆਉਂਦਾ ਹੈ। ਇਸ ਲਈ ਬੱਚੇ ਨੂੰ ਤਾੜਨਾ ਜ਼ਰੂਰੀ ਹੈ, ਇਸ ਲਈ ਬੱਚੇ ਦੇ ਲਈ ਛਿਟੀ ਚੱਕਣਾ ਜ਼ਰੂਰੀ ਹੈ। ਛਿਟੀ ਚੱਕਣ ਦੇ ਨਾਲ ਤੁਸੀਂ ਉਹਨੂੰ ਮਾਰ ਨਹੀਂ ਰਹੇ ਹੋ, ਉਹਨੂੰ ਬਚਾ ਰਹੇ ਹੋ। ਕਿਉਂ? ਜਦੋਂ ਅਸੀਂ 27 ਦਾ 5 ਪੜ੍ਹਦੇ ਹਾਂ ਤਾਂ ਇੱਥੇ ਪਰਮੇਸ਼ਰ ਦਾ ਵਚਨ ਸਾਫ਼ ਰੀਤੀ ਨਾਲ ਇੱਕ ਗੱਲ ਕਹਿੰਦਾ ਹੈ ਗੁੱਝੀ ਪ੍ਰੀਤ ਨਾਲੋਂ ਖੁੱਲੀ ਤਾੜ ਚੰਗੀ ਹੈ। ਤੁਸੀਂ ਬੱਚੇ ਨਾਲ ਗੁਪਤ ਪਿਆਰ ਕਰ ਰਹੇ ਹੋ, ਪਰ ਉਹਦੇ ਨਾਲ ਉਹਨੂੰ ਤਾੜਨਾ ਵੀ ਜ਼ਰੂਰੀ ਹੈ।
ਤਾੜ ਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਮਾਰ ਨਹੀਂ ਰਹੇ ਹੋ, ਬਲਕਿ ਤੁਸੀਂ ਬਚਾ ਰਹੇ ਹੋ। ਆਪਣੇ ਬੱਚਿਆਂ ਨੂੰ ਸਿੱਖਿਆ ਦੇ ਕੇ ਉਹਨਾਂ ਦੀ ਸੁਰੱਖਿਆ ਕਰ ਰਹੇ ਹੋ। ਔਰ ਇਸ ਦੇ ਨਾਲ 29:17 ਜਦੋਂ ਮੈਂ ਪੜ੍ਹਦਾ ਹਾਂ, ਲਿਖਿਆ ਹੈ, ਆਪਣੇ ਪੁੱਤਰ ਨੂੰ ਤਾੜ ਤਾਂ ਉਹ ਤੈਨੂੰ ਸੁੱਖ ਦੇਵੇਗਾ। ਇਹਦਾ ਮਤਲਬ ਜੇ ਤੁਸੀਂ ਬੱਚੇ ਨੂੰ ਸਮੇਂ ਸਿਰ ਤਾੜਿਆ ਹੈ, ਸਮੇਂ ਸਿਰ ਛਿਟੀ ਚੱਕ ਕੇ ਉਸ ਨੂੰ ਸੁਧਾਰਿਆ ਹੈ, ਤਾਂ ਅੰਤ ਦੇ ਵੇਲੇ, ਬੁਢਾਪੇ ਦੇ ਵੇਲੇ ਤੁਹਾਨੂੰ ਸੁੱਖ ਦੇਵੇਗਾ। ਉਹ ਤੁਹਾਡੇ ਵਿਰੁੱਧ ਗੱਲਾਂ ਨਹੀਂ ਕਰੇਗਾ, ਉਹ ਤੁਹਾਨੂੰ ਆਪਣਾ ਕਿਤੇ ਫਿਟਕਾਰ ਨਹੀਂ ਦੇਵੇਗਾ, ਉਹ ਤੁਹਾਡੇ ਸਮਾਜ ਦੇ ਵਿੱਚ ਕਿਤੇ ਨਿੰਦਾ ਦਾ ਕਾਰਨ ਨਹੀਂ ਹੋਵੇਗਾ। ਸਮਾਜ ਤੁਹਾਡੇ ਬੱਚੇ ਦੀ ਕੀ ਵਡਿਆਈ ਕਰੇਗਾ। ਤੁਸੀਂ ਫਾਟਕਾਂ ਦੇ ਉੱਤੇ ਆਦਰ ਦੇ ਨਾਲ ਗੱਲ ਕਰੋਗੇ। ਇਹੋ ਗੱਲ ਤਾਂ ਜਦੋਂ ਅਸੀਂ ਜ਼ਬੂਰ 127 ਉਹਦਾ ਅੰਤਿਮ ਖੰਡ ਪੜ੍ਹਦੇ ਹਾਂ ਤਾਂ ਉਸ ਵਿੱਚ ਪਰਮੇਸ਼ਰ ਕੀ ਕਹਿੰਦਾ ਹੈ? ਕਹਿੰਦਾ ਉਹ ਮਰਦ ਜਿਹਦਾ ਤਰਕਸ਼ ਉਹਨਾਂ ਨਾਲ ਭਰਿਆ ਹੋਇਆ ਅਜਿਹੇ ਸ਼ਰਮਿੰਦੇ ਨਾ ਹੋਣਗੇ, ਉਹ ਆਪਣੇ ਬੈਰੀਆਂ ਨਾਲ ਫਾਟਕਾਂ ਵਿੱਚ ਗੱਲਾਂ ਕਰਨਗੇ। ਇਹਦਾ ਮਤਲਬ ਬੈਰੀਆਂ ਦੇ ਵਿੱਚ ਵੀ ਉਹ ਸ਼ਰਮਿੰਦਾ ਨਹੀਂ ਹੋਣਗੇ। ਕਿੰਨੀ ਵੱਡੀ ਗੱਲ ਹੈ ਕਿ ਪਰਮੇਸ਼ਵਰ ਕਹਿੰਦਾ ਹੈ, ਜੇ ਤੂੰ ਆਪਣੇ ਬਾਲਕ ਨੂੰ ਉਹਦੇ ਮਨ ਦੀ ਮੂਰਖਤਾਈ ਨੂੰ ਵਧੀ ਹੋਈ ਦੇਖਦਾ ਹੈ ਤਾਂ ਉਹਨੂੰ ਤਾੜ ਅਤੇ ਛਿਟੀ ਵੀ ਚੱਕ। ਜੇ ਤੂੰ ਤਾੜਦਾ ਹੈ ਅਤੇ ਛਿਟੀ ਚੱਕਦਾ ਹੈ ਤਾਂ ਤੁਸੀਂ ਉਹਨੂੰ ਮਾਰ ਨਹੀਂ ਰਹੇ, ਕਿਉਂਕਿ ਆਪਣਾ ਪੌਲਸ ਰਸੂਲ ਇਸ ਦੇ ਬਾਰੇ ਕੀ ਸਿੱਖਿਆ ਦਿੰਦਾ ਹੈ? ਜਦੋਂ ਅਸੀਂ ਇਬਰਾਨੀਆਂ ਦੀ ਪੁਸਤਕ ਉਸ ਦਾ 12 ਅਧਿਆਏ ਨੂੰ ਆਪਣਾ ਪੜ੍ਹਨਾ ਸ਼ੁਰੂ ਕਰਦੇ ਹਾਂ। ਮੈਂ ਆਪ ਦੇ ਲਈ ਇਸ ਨੂੰ ਪੜ੍ਹਦਾ ਹਾਂ 5 ਤੋਂ। ਅਤੇ ਤੁਸੀਂ ਉਪਦੇਸ਼ ਨੂੰ ਭੁੱਲ ਗਏ ਹੋ ਜਿਸ ਤੋਂ ਤੁਹਾਨੂੰ ਪੁੱਤਰਾਂ ਵਾਂਗ ਸਮਝਾਈਦਾ ਹੈ। ਉਪਦੇਸ਼ ਨੂੰ ਭੁੱਲ ਗਏ ਮਤਲਬ ਜੋ ਪਰਮੇਸ਼ਵਰ ਨੇ ਬੱਚਿਆਂ ਦੇ ਬਾਰੇ, ਬੱਚਿਆਂ ਨੂੰ ਸੁਧਾਰਨ ਦੇ ਬਾਰੇ, ਬੱਚਿਆਂ ਨੂੰ ਬੁੱਧੀ ਦੇਣ ਦੇ ਬਾਰੇ, ਬੱਚਿਆਂ ਨੂੰ ਸਿੱਧੇ ਰਾਹ ਦੇ ਵਿੱਚ ਪਾਉਣ ਦੇ ਬਾਰੇ ਸਿੱਖਿਆ ਦਿੱਤੀ, ਅਸੀਂ ਜਦੋਂ ਨਹੀਂ ਦਿੰਦੇ ਹਾਂ ਤਾਂ ਪਰਮੇਸ਼ਵਰ ਦਾ ਵਚਨ ਇਹੋ ਕਹਿੰਦਾ ਹੈ ਕਿ ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਹੋ ਜਿਹੜਾ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਔਰ ਤੁਹਾਡੇ ਬੱਚਿਆਂ ਨੂੰ ਨਿੰਦਾ ਤੋਂ ਬਚਣ ਦੇ ਲਈ ਦਿੱਤਾ ਗਿਆ ਹੈ। ਅਸੀਂ ਆਪਣੇ ਬੱਚਿਆਂ ਦੀ ਗਲਤੀ ਨੂੰ ਦੇਖ ਕੇ ਕਈ ਵਾਰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਉਹ ਬੜੀ ਗਲਤ ਗੱਲ ਹੈ। ਨਜ਼ਰ ਅੰਦਾਜ਼ ਨਹੀਂ ਕਰਨਾ ਹੈ, ਉਹਨੂੰ ਸਮਝਾਉਣਾ ਹੈ। ਜੇ ਨਹੀਂ ਸਮਝਦਾ ਤਾਂ ਤਾੜਨਾ ਹੈ। ਜੇ ਫਿਰ ਵੀ ਨਹੀਂ ਚੱਲਦਾ ਫਿਰ ਛਿਟੀ ਚੱਕਣੀ। 3 ਰਸਤੇ ਹੈ, 3 ਗੱਲਾਂ ਹੈ ਜਿਹੜੀਆਂ ਬੱਚਿਆਂ ਨੂੰ ਸਹੀ ਕਰਨ ਵਾਸਤੇ ਪ੍ਰਭੂ ਨੇ ਵੀ ਆਪਣੇ ਲੋਕਾਂ ਨੂੰ ਆਪਣੇ ਘਰ ਦੇ ਵਿੱਚ ਸਹੀ ਕਰਨ ਦੇ ਲਈ ਕੋਰੜਾ ਚੱਕਿਆ ਅਤੇ ਉਹਨਾਂ ਨੂੰ ਦੁਤਕਾਰਿਆ, ਉਹਨਾਂ ਨੂੰ ਤਾੜਿਆ। ਜਦ ਮੇਰਾ ਪ੍ਰਭੂ ਇਹ ਕਰ ਰਿਹਾ ਹੈ, ਪਰਮੇਸ਼ਰ, ਇਸਰਾਇਲ ਦਾ ਪਰਮੇਸ਼ਰ ਸਾਡੇ ਨਾਲ ਇਸ ਤਰ੍ਹਾਂ ਕਰਦਾ ਹੈ, ਤਾਂ ਅਸੀਂ ਮਾਤਾ ਪਿਤਾ ਹੋ ਕੇ ਜੋ ਪ੍ਰਭੂ ਦੇ ਵਿੱਚ ਹੈ, ਪ੍ਰਭੂ ਦੇ ਵਚਨ ਦੇ ਨਾਲ ਆਪਣੇ ਬੱਚਿਆਂ ਨੂੰ ਸਿੱਖਿਆ ਕਿਉਂ ਨਹੀਂ ਦੇ ਸਕਦੇ? ਅਸੀਂ ਉਸ ਨੂੰ ਨਜ਼ਰ ਅੰਦਾਜ਼ ਕਰਦੇ ਹਾਂ। ਜਦੋਂ ਬੱਚੇ ਬੜੇ ਹੋ ਜਾਂਦੇ ਆ ਫਿਰ ਅਸੀਂ ਆਪਣਾ ਪ੍ਰਭੂ ਦੇ ਸੇਵਕਾਂ ਕੋਲ ਜਾਂਦੇ ਹਾਂ, ਪ੍ਰਭੂ ਦੇ ਦਾਸਾਂ ਕੋਲ ਜਾਂਦੇ ਹਾਂ। ਅਸੀਂ ਕਹਿੰਦੇ ਇਹ ਬੱਚਾ ਕਹਿਣੇ ਅਨੁਸਾਰ ਨਹੀਂ ਹੈ ਜੀ, ਇਹ ਗਾਲਾਂ ਕੱਢਦਾ ਹੈ ਜੀ, ਇਹ ਸਾਨੂੰ ਬੁਰਾ ਭਲਾ ਕਹਿੰਦਾ। ਕਿਉਂ? ਜਦੋਂ ਗਾਲਾਂ ਕੱਢਦਾ ਸੀ ਤੁਸੀਂ ਹੱਸਦੇ ਸੀ, ਤੁਸੀਂ ਕਹਿੰਦੇ ਆ ਛੋਟਾ ਹੈ ਹਾਊ ਪਰੇ ਕੋਈ ਨਹੀਂ ਸੁਧਰ ਜਾਏਗਾ। ਪਰ ਹੁਣ ਬੜਾ ਹੋ ਗਿਆ, ਹੁਣ ਗਾਲਾਂ ਕੱਢਦਾ ਹੈ, ਹੁਣ ਤੁਹਾਨੂੰ ਬੁਰਾ ਭਲਾ ਕਹਿੰਦਾ ਹੈ, ਹੁਣ ਤੁਹਾਡੇ ਉੱਤੇ ਆਪਣਾ ਹੱਥ ਚੱਕਦਾ ਹੈ। ਜੋ ਕੰਮ ਤੁਸੀਂ ਬਚਪਨ ਦੇ ਵਿੱਚ ਕਰਨਾ ਚਾਹੀਦਾ ਸੀ ਉਹ ਤੁਸੀਂ ਨਹੀਂ ਕੀਤਾ ਹੈ ਤਾਂ ਉਸ ਦੀ ਸਜ਼ਾ ਤੁਹਾਡੇ ਉੱਤੇ ਆਈ ਹੈ। ਪਰਮੇਸ਼ਰ ਦਾ ਵਚਨ ਸਾਫ਼ ਆਖਦਾ ਹੈ। ਇਸ ਲਈ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਬੱਚੇ ਨੂੰ ਬਚਪਨ ਤੋਂ, ਬਾਲਕਪਨ ਤੋਂ ਉਸ ਦੀ ਤਾੜ ਨਾ ਕਰ। ਔਰ ਇੱਥੇ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ? ਤੁਸੀਂ ਭੁੱਲ ਗਏ, ਤੁਹਾਨੂੰ ਪੁੱਤਰਾਂ ਵਾਂਗ ਸਮਝਾਈਦਾ ਹੈ। ਏ ਮੇਰੇ ਪੁੱਤਰ, ਪ੍ਰਭੂ ਦੀ ਤਾੜ ਨੂੰ ਤੁੱਛ ਨਾ ਜਾਣ। ਜੇ ਪਰਮੇਸ਼ਰ ਤੁਹਾਨੂੰ ਤਾੜ ਰਿਹਾ ਹੈ, ਸਾਨੂੰ, ਅਸੀਂ ਜੋ ਬੜੇ ਹਾਂ, ਅਸੀਂ ਪਰਮੇਸ਼ਰ ਦੇ ਬੱਚੇ ਹਾਂ, ਜੇ ਪਰਮੇਸ਼ਰ ਸਾਨੂੰ ਤਾੜ ਰਿਹਾ ਆਪਣੇ ਵਚਨ ਦੇ ਵਿੱਚ ਕਿਸੇ ਭਾਈ ਦੇ ਰਾਹੀਂ, ਤਾਂ ਸਾਨੂੰ ਉਸ ਨੂੰ ਤੁੱਛ ਨਹੀਂ ਸਮਝਣਾ ਚਾਹੀਦਾ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਤਾੜ ਮੇਰੇ ਸੁਧਾਰਨ ਦੇ ਲਈ ਹੈ, ਇਹ ਤਾੜ ਮੈਨੂੰ ਬੰਦਾ ਬਣਾਉਣ ਦੇ ਲਈ ਹੈ, ਇਹ ਤਾੜ ਮੈਨੂੰ ਸਫਲਤਾ ਦੇ ਤੇ ਪਹੁੰਚਾਉਣ ਦੇ ਲਈ ਹੈ, ਇਹ ਤਾੜ ਪਰਮੇਸ਼ਰ ਦੀ ਆਸ਼ੀਸ਼ ਪ੍ਰਾਪਤ ਕਰਨ ਦੇ ਲਈ ਹੈ। ਇਸ ਗੱਲ ਨੂੰ ਸਮਝਣਾ ਹੈ। ਇਸ ਕਰਕੇ ਉਹ ਕਹਿੰਦਾ ਹੈ ਪ੍ਰਭੂ ਦੀ ਤਾੜ ਨੂੰ ਤੁੱਛ ਨਾ ਜਾਣ।
ਅਗਲੀ ਗੱਲ ਉਹ ਕਹਿੰਦਾ ਹੈ, ਅਤੇ ਜਾਂ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈ। ਲੈ ਮੈਨੂੰ ਤਾੜਦੇ ਰਹਿੰਦੇ, ਮੈਂ ਕੀ ਕਰਨਾ, ਮੈਂ ਨਹੀਂ ਜਾਣਾ ਹੈਗਾ, ਮੇਰੀ ਤਾਂ ਉੱਥੇ ਆਪਣਾ ਇਸ ਤਰ੍ਹਾਂ ਕਰਦੇ। ਨਹੀਂ, ਉਸ ਤਾੜ ਤੋਂ ਅੱਕਣਾ ਨਹੀਂ ਹੈ, ਕਿਉਂਕਿ ਉਹ ਤਾੜ ਮੈਨੂੰ ਸਹੀ ਕਰਨ ਦੇ ਲਈ ਹੈ। ਤੁਹਾਨੂੰ ਪਤਾ ਹੈ ਜਦੋਂ ਇੱਕ ਮਕਾਨ ਬਣਾਉਂਦੇ ਆ, ਉਸ ਦੇ ਵਿੱਚ ਜਦੋਂ ਪੱਥਰ, ਪਹਿਲੇ ਮਕਾਨ ਜਿਹੜੇ ਬਣਦੇ ਸੀ ਪੱਥਰਾਂ ਦੇ ਬਣਦੇ ਸੀ, ਔਰ ਜਦੋਂ ਪੱਥਰ ਨੂੰ ਆਪਣਾ ਰਾਜ ਮਿਸਤਰੀ ਉਸ ਕੰਧ ਦੇ ਉੱਤੇ ਚਿਣਨਾ ਹੁੰਦਾ ਸੀ ਤਾਂ ਉਸ ਨੂੰ ਘੜ ਘੜ ਕੇ ਆਕਾਰ ਦੇ ਵਿੱਚ ਲਿਆਉਂਦਾ ਸੀ। ਉਹ ਜਦ ਤੱਕ ਉਹ ਆਕਾਰ ਦੇ ਵਿੱਚ ਨਹੀਂ ਆਉਂਦਾ ਉਦੋਂ ਤੱਕ ਉਹ ਹਥੌੜੇ ਅਤੇ ਛੈਣੀ ਦੇ ਨਾਲ ਉਹਨੂੰ ਛਿਲਦਾ ਰਹਿੰਦਾ ਹੈ। ਜਦੋਂ ਤੁਸੀਂ ਕਿਸੇ ਆਪਣਾ ਔਜ਼ਾਰ ਦੇ ਵਿੱਚ ਕਿਸੇ ਵਾਂਝ ਨੂੰ ਪਾਉਣਾ ਹੈ, ਵੰਝੇ ਨੂੰ ਪਾਉਣਾ ਹੈ, ਤਾਂ ਤੁਸੀਂ ਉਸ ਵੰਝੇ ਨੂੰ ਪਾਉਣ ਦੇ ਲਈ ਉਸ ਦੀ ਚਲਾਈ ਉਦੋਂ ਤੱਕ ਕਰਦੇ ਰਹਿੰਦੇ ਆ ਜਦ ਤੱਕ ਉਹ ਸਹੀ ਟਿਕਾਊ ਉਸ ਜਗ੍ਹਾ ਦੇ ਉੱਤੇ ਆ ਨਾ ਜਾਵੇ, ਪਕੜ ਦੇ ਵਿੱਚ ਨਾ ਆ ਜਾਵੇ। ਪਿਆਰੋ, ਪਰਮੇਸ਼ਰ ਸਾਡੇ ਨਾਲ ਇਸੇ ਤਰ੍ਹਾਂ ਦਾ ਵਿਵਹਾਰ ਸਾਡੇ ਜੀਵਨ ਦੇ ਵਿੱਚ ਕਰਦਾ ਹੈ। ਅੱਕ ਨਾ ਜਾਓ। ਔਰ ਉਸ ਤੋਂ ਅੱਗੇ ਕਹਿੰਦਾ, ਕਿਉਂ ਜੋ ਜਿਹਦੇ ਨਾਲ ਪਰਮੇਸ਼ਰ ਪਿਆਰ ਕਰਦਾ ਉਹਨੂੰ ਤਾੜਦਾ ਹੈ, ਅਤੇ ਹਰੇਕ ਪੁੱਤਰ ਜਿਹਨੂੰ ਉਹ ਕਬੂਲ ਕਰਦਾ ਕੋੜੇ ਮਾਰਦਾ ਹੈ। ਕੋੜੇ ਦਾ ਭਾਵ ਪਰਮੇਸ਼ਰ ਆਪਣੇ ਸਖਤ ਵਚਨ ਮੇਰੇ ਲਈ ਇਸਤੇਮਾਲ ਕਰਦਾ ਹੈ। ਸਖਤ ਵਚਨ, ਸਖਤ ਵਚਨ ਉਸਨੇ ਪਤਰਸ ਦੇ ਲਈ ਇਸਤੇਮਾਲ ਕੀਤਾ ਜਦੋਂ ਪ੍ਰਭੂ ਨੇ ਕਿਹਾ ਕਿ ਮੈਂ ਫੜਵਾਇਆ ਜਾਵਾਂਗਾ, ਬੈਰੀਆਂ ਦੇ ਹੱਥ ਫੜਵਾਇਆ ਜਾਵਾਂਗਾ, ਉਹ ਮੇਰਾ ਨਿਆਂ ਕਰਨਗੇ ਅਤੇ ਮੈਨੂੰ ਮਾਰਨਗੇ ਅਤੇ ਕੁੱਟਣਗੇ ਅਤੇ ਮੈਨੂੰ ਸਲੀਬ ਦੇ ਉੱਤੇ ਚਾੜ ਦੇਣਗੇ, ਔਰ ਮੈਂ ਕਬਰ ਦੇ ਵਿੱਚ ਦੱਬਿਆ ਜਾਵਾਂਗਾ ਅਤੇ ਤੀਸਰੇ ਦਿਨ ਜੀ ਉੱਠਾਂਗਾ। ਪਤਰਸ ਨੇ ਉੱਥੇ ਕਿਹਾ, ਨਾ ਪ੍ਰਭੂ ਇੱਦਾਂ ਨਾ ਕਹਿ। ਤਾਂ ਪ੍ਰਭੂ ਨੇ ਉਸੇ ਵੇਲੇ ਕਿਹਾ, ਸ਼ੈਤਾਨ ਮੈਂ ਤੋਂ ਦੂਰ ਹੋ ਜਾ, ਸਿੱਧੀ ਤਾੜਨਾ ਹੈ। ਜਦੋਂ ਸਿੱਧੀ ਤਾੜਨਾ ਕੀਤੀ ਜਾਂਦੀ ਹੈ ਤਾਂ ਸਮਝ ਲਓ ਪਰਮੇਸ਼ਰ ਮੈਨੂੰ ਆਕਾਰ ਦੇ ਵਿੱਚ ਲੈ ਕੇ ਆ ਰਿਹਾ। ਪਤਰਸ ਉੱਥੇ ਛੱਡ ਕੇ ਨਹੀਂ ਭੱਜ ਗਿਆ, ਪਤਰਸ ਨੇ ਉਸ ਗੱਲ ਨੂੰ ਸਹਾਰਿਆ। ਔਰ ਅਸੀਂ ਦੇਖਦੇ ਹਾਂ ਉਹੀ ਪਤਰਸ ਜਿਸ ਨੂੰ ਤਾੜਿਆ ਗਿਆ, ਜਿਹੜਾ ਪਤਰਸ ਪ੍ਰਭੂ ਦੇ ਵਚਨ ਦੇ ਨਾਲ ਸ਼ਰਮਿੰਦਾ ਹੋਇਆ, ਉਹ ਪਤਰਸ ਪਰਮੇਸ਼ਰ ਦੇ ਵਚਨ ਦੇਣ ਦੇ ਲਈ ਦਲੇਰ ਬਣ ਗਿਆ। ਬਾਅਦ ਦੇ ਵਿੱਚ ਉਹ ਵਿਸ਼ਵਾਸੀਆਂ ਨੂੰ ਇੱਕ ਅੱਛੀ ਸਿੱਖਿਆ ਦੇਣ ਵਾਲਾ ਬਣ ਗਿਆ। ਇਸ ਲਈ ਪਿਆਰੋ, ਪ੍ਰਭੂ ਦੀ ਤਾੜ ਨੂੰ ਜਦੋਂ ਸਾਨੂੰ ਕੋੜੇ ਮਾਰਦਾ ਹੈ, ਤਾੜ ਕਰਦਾ ਹੈ, ਤਾਂ ਸਾਨੂੰ ਅੱਕ ਨਹੀਂ ਜਾਣਾ ਚਾਹੀਦਾ ਹੈ। ਸਾਨੂੰ ਉਸ ਗੱਲ ਦੇ ਵਿੱਚ ਇਸ ਗੱਲ ਨੂੰ ਰਿਮੈਂਬਰ ਕਰਨਾ ਚਾਹੀਦਾ ਹੈ ਕਿ ਪਰਮੇਸ਼ਰ ਜੋ ਮੇਰੇ ਜੀਵਨ ਦੇ ਵਿੱਚ ਚਾਹੁੰਦਾ ਹੈ, ਪਰਮੇਸ਼ਰ ਉਸ ਗੱਲ ਨੂੰ ਕਰਨ ਦੇ ਲਈ ਮੇਰੀ ਮਦਦ ਕਰ। ਮੈਂ ਬਹੁਤੇ ਬੰਦਿਆਂ ਨੂੰ ਕਈ ਵਾਰ ਕਹਿਣਾ ਹੁੰਦਾ ਆ ਕਿ ਤੁਸੀਂ ਚੁੱਪ ਹੋ ਜਾਓ। ਜੇ ਕਿਸੇ ਨੇ ਤੁਹਾਡੇ ਉੱਤੇ ਗੱਲ ਕਹੀ ਹੈ ਜਾਂ ਕਿਸੇ ਨੇ ਤੁਹਾਡੇ ਉੱਤੇ ਕੋਈ ਗੱਲ ਕਰ ਦਿੱਤੀ ਹੈ, ਤੁਸੀਂ ਬਗਾਵਤ ਨਾ ਕਰੋ, ਤੁਸੀਂ ਚੁੱਪਚਾਪ ਉਸ ਨੂੰ ਪ੍ਰਭੂ ਦੇ ਹੱਥ ਵਿੱਚ ਦੇ ਦਿਓ, ਤਾਂ ਪਰਮੇਸ਼ਰ ਤੁਹਾਨੂੰ ਬਦਲਾ ਦੇਗਾ। ਬਾਈਬਲ ਦੇ ਵਿੱਚ ਸਾਫ਼ ਤੌਰ ਤੇ ਰਿਹਾ, ਚੁੱਪਚਾਪ ਰਹੋ ਅਤੇ ਮੇਰੇ ਕੰਮ ਦੇਖੋ, ਕਿਉਂਕਿ ਅਸੀਂ ਆਪਣਾ ਬਦਲਾ ਕਿਹਦੇ ਹੱਥ ਵਿੱਚ ਦੇ ਦਿੱਤਾ ਹੈ? ਆਪਣੇ ਕ੍ਰੋਧ ਨੂੰ ਕਿਹਦੇ ਹੱਥ ਵਿੱਚ ਦਿੱਤਾ? ਪ੍ਰਭੂ ਦੇ। ਫਿਰ ਪ੍ਰਭੂ ਸਾਡੀ ਵੱਲੋਂ ਲੜਦਾ ਹੈ। ਅਸੀਂ ਇਹ ਕੰਮ ਕਰਦੇ ਨਹੀਂ ਹਾਂ। ਅਸੀਂ ਆਪ ਉੱਥੇ ਜਾ ਕੇ ਲੜਨ ਲੱਗ ਪੈਂਦੇ ਹਾਂ, ਆਪ ਬਗਾਵਤ ਕਰਨਾ ਸ਼ੁਰੂ ਕਰ ਦਿੰਦੇ। ਪਤੀ ਪਤਨੀ ਦੇ ਵਿੱਚ ਬਗਾਵਤ ਹੋ ਜਾਂਦੀ ਹੈ, ਬੱਚਿਆਂ ਦੇ ਵਿੱਚ ਬਗਾਵਤ ਹੋ ਜਾਂਦੀ ਹੈ, ਸੱਸ ਸਹੁਰਿਆਂ ਦੇ ਵਿੱਚ ਬਗਾਵਤ ਹੋ ਜਾਂਦੀ ਹੈ। ਅਸੀਂ ਉਸ ਬਗਾਵਤ ਨੂੰ ਪ੍ਰਭੂ ਦੇ ਹੱਥ ਵਿੱਚ ਨਹੀਂ ਦਿੰਦੇ। ਜਦੋਂ ਤੁਸੀਂ ਇਸ ਤਰ੍ਹਾਂ ਕਰਨਾ ਸਿੱਖ ਗਏ ਪਿਆਰੋ, ਤੁਸੀਂ ਸਮਝ ਲੈਣਾ ਕਿ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਆਸ਼ੀਸ਼ ਆਣੀ ਸ਼ੁਰੂ ਹੋ ਗਈ ਹੈ। ਪਰਮੇਸ਼ਰ ਦੀ ਬਰਕਤ ਮੇਰੇ ਜੀਵਨ ਦੇ ਵਿੱਚ ਆਣੀ ਸ਼ੁਰੂ ਹੋ ਗਈ ਹੈ। ਮੇਰੇ ਪਰਿਵਾਰ ਦੇ ਵਿੱਚ, ਮੇਰੇ ਬੱਚਿਆਂ ਦੇ ਵਿੱਚ, ਮੇਰੀ ਪਤਨੀ ਦੇ ਵਿੱਚ, ਮੇਰੇ ਰਿਲੇਸ਼ਨਸ਼ਿਪ ਦੇ ਵਿੱਚ ਬਰਕਤ ਆਣੀ ਸ਼ੁਰੂ ਹੋ ਗਈ ਜਦੋਂ ਅਸੀਂ ਪਰਮੇਸ਼ਰ ਦੀ ਤਾੜ, ਪਰਮੇਸ਼ਰ ਦੇ ਕੋੜੇ ਔਰ ਪਰਮੇਸ਼ਰ ਦੀਆਂ ਚੇਤਾਵਨੀਆਂ ਨੂੰ ਆਪਣੇ ਜੀਵਨ ਦੇ ਵਿੱਚ ਆਦਰ ਦੇ ਨਾਲ ਸਵੀਕਾਰ ਕਰਨਾ ਸ਼ੁਰੂ ਕਰ। ਇਸ ਦੇ ਨਾਲ ਇੱਕ ਹੋਰ ਗੱਲ ਕਹਿੰਦਾ ਹੈ, ਤੁਸੀਂ ਸਹਾਰਾ ਜੋ ਕਰਦੇ ਹੋ ਇਹ ਤਾੜੇ ਜਾਣਦੇ ਨਿਮਿਤ ਹੈ, ਪਰਮੇਸ਼ਰ ਤੁਹਾਡੇ ਨਾਲ ਅਜਿਹਾ ਵਰਤਦਾ ਹੈ ਜਿਹਾ ਪੁੱਤਰਾਂ ਨਾਲ। ਕਿਉਂ? ਜੋ ਉਹ ਕਿਹੜਾ ਪੁੱਤਰ ਹੈ ਜਿਹਨੂੰ ਪਿਓ ਨਹੀਂ ਤਾੜਦਾ, ਜਿਹਨੂੰ ਪਿਓ ਨਹੀਂ ਤਾੜਦਾ। ਪਰ ਇੱਕ ਗੱਲ ਹੋਰ ਕਹਿੰਦਾ, ਪਰ ਜੇ ਤੁਸੀਂ ਉਸ ਤਾੜਨਾ ਦੇ ਬਿਨਾਂ ਰਹੇ ਜਿਹਦੇ ਸਭੇ ਸਾਂਝੀ ਹੋਏ ਹਨ, ਤਾਂ ਤੁਸੀਂ ਪੁੱਤਰ ਨਹੀਂ ਸਗੋਂ ਹਰਾਮ ਦੇ ਹੋ। ਬੜਾ ਸਾਫ਼ ਪਰਮੇਸ਼ਰ ਦਾ ਵਚਨ ਹੈ।
ਇਹ ਬੜੀ ਵੱਡੀ ਤਾੜਨਾ ਹੈ ਪਰਮੇਸ਼ਰ। ਜੇ ਸਾਡੇ ਬੱਚੇ ਹੈ, ਜੇ ਅਸੀਂ ਉਹਨਾਂ ਨੂੰ ਨਹੀਂ ਤਾੜ ਰਹੇ ਹਾਂ, ਅਸੀਂ ਉਹਨਾਂ ਨੂੰ ਪਾਪ ਦੇ ਵਿੱਚ ਜਾਣ ਦੇ ਲਈ ਉਸਕਾ ਰਹੇ ਹਾਂ, ਅਸੀਂ ਉਹਨਾਂ ਨੂੰ ਗਲਤੀ ਕਰਨ ਦੇ ਉੱਤੇ ਮਜਬੂਰ ਕਰਕੇ ਅਸੀਂ ਉਹਨਾਂ ਨੂੰ ਆਪਣੇ ਜੀਵਨ ਤੋਂ ਦੂਰ ਕਰ ਰਹੇ ਹਾਂ। ਮੇਰੇ ਪਿਆਰੇ ਅਜ਼ੀਜ਼, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈ। ਜੇ ਮੈਨੂੰ ਲੱਗਦਾ ਹੈ ਮੇਰਾ ਬੱਚਾ ਗਲਤ ਹੋ ਰਿਹਾ ਹੈ, ਮੈਨੂੰ ਲੱਗਦਾ ਹੈ ਮੈਂ ਪਰਮੇਸ਼ਰ ਦੇ ਵਚਨ ਤੋਂ ਦੂਰ ਹੋ ਰਿਹਾ, ਮੈਨੂੰ ਲੱਗਦਾ ਹੈ ਮੈਂ ਪਰਮੇਸ਼ਰ ਦੇ ਵਿਰੋਧ ਵਿੱਚ ਪਾਪ ਕਰ ਰਿਹਾ ਹਾਂ ਔਰ ਪਰਮੇਸ਼ਰ ਮੈਨੂੰ ਤਾੜ ਰਿਹਾ ਹੈ, ਤਾਂ ਪਰਮੇਸ਼ਰ ਦੇ ਅੱਗੇ ਉਸ ਗੱਲ ਦਾ ਉਸੇ ਸਮੇਂ ਪਛਤਾਤਾਪ ਕਰੋ। ਜੇ ਮੇਰਾ ਬੱਚਾ ਗਲਤ ਜਾ ਰਿਹਾ, ਉਸ ਨੂੰ ਉਸੇ ਵੇਲੇ ਤਾੜੋ, ਉਸੇ ਵੇਲੇ ਛਿੱਟੀ ਚੱਕ ਲਓ। ਇਹਦਾ ਮਤਲਬ ਤੁਸੀਂ ਉਹਨੂੰ ਮਾਰ ਨਹੀਂ ਰਹੇ, ਤੁਸੀਂ ਉਹਨੂੰ ਬਚਾ ਰਹੇ ਹੋ, ਬਚਾ ਰਹੇ ਹੋ। ਪ੍ਰਭੂ ਨੇ ਜਦ ਮੰਦਰ ਦੇ ਵਿੱਚ ਉਹ ਤਖਤ ਪੋਸ਼ ਪਲਟ ਦਿੱਤੇ ਹੈ, ਪ੍ਰਭੂ ਨੇ ਉੱਥੇ ਜੋ ਕੋੜਾ ਚੱਕਿਆ ਹੈ, ਉਹਨਾਂ ਨੂੰ ਮਾਰਿਆ ਨਹੀਂ, ਉਹਨਾਂ ਨੂੰ ਬਚਾਉਣ ਦੇ ਲਈ ਇਹ ਕੀਤਾ ਹੈ ਕਿ ਉਹ ਪਰਮੇਸ਼ਰ ਦੇ ਹਜ਼ੂਰ ਦੇ ਵਿੱਚ ਸੱਚੇ ਮਨ ਦੇ ਨਾਲ ਪਰਮੇਸ਼ਰ ਦੀ ਮਹਿਮਾ ਕਰ ਸਕਣ, ਪਰਮੇਸ਼ਰ ਦੀ ਵਡਿਆਈ ਕਰ ਸਕਣ, ਪਰਮੇਸ਼ਰ ਦੀ ਉਸਤਤ ਕਰ ਸਕਣ, ਤਾਂ ਕਿ ਉਹ ਪਰਮੇਸ਼ਰ ਦੇ ਸਿੱਧ ਬੱਚੇ ਬਣ ਕੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜੋ ਪਰਮੇਸ਼ਰ ਨੇ ਉਹਨਾਂ ਨਾਲ ਵਾਅਦੇ ਕੀਤੇ ਹੈ, ਉਹਨਾਂ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰ ਸਕਣ। ਪਿਆਰੋ, ਮੇਰੇ ਬੱਚੇ ਹੈ, ਮੈਂ ਉਹਨਾਂ ਨੂੰ ਨਾਸ਼ ਨਹੀਂ ਕਰਨਾ ਚਾਹੁੰਦਾ, ਉਹਨਾਂ ਨੂੰ ਬਚਾਉਣਾ ਚਾਹੁੰਦਾ। ਉਹਨਾਂ ਨੂੰ ਨਵੇਂ ਜਨਮ ਦੀ ਸਿੱਖਿਆ ਦੇ ਕੇ ਬਚਾਉਣਾ ਹੈ, ਉਹਨਾਂ ਨੂੰ ਪ੍ਰਭੂ ਦਾ ਵਚਨ ਦੇ ਕੇ ਸਫਲਤਾ ਵੱਲ ਲੈ ਕੇ ਜਾਣਾ ਹੈ, ਉਹਨਾਂ ਨੂੰ ਤਾੜ ਕੇ ਉਹਨਾਂ ਦੀ ਬੁੱਧ ਨੂੰ ਅਜਿਹਾ ਬਣਾਉਣਾ ਹੈ ਜਿਹਾ ਉਸ ਦੇ ਅੱਗੇ ਕੋਈ ਖਲੋ ਨਾ ਸਕੇ। ਪਰਮੇਸ਼ਰ ਦੇ ਵਚਨ ਦੇ ਨਾਲ ਉਹਨਾਂ ਦੀ ਪਾਲਣ ਪੋਸ਼ਣ ਕਰਕੇ ਉਹਨਾਂ ਨੂੰ ਪਰਮੇਸ਼ਰ ਦੇ ਵਿੱਚ ਆਦਰ ਦੇ ਯੋਗ ਬਣਾਉਣਾ ਹੈ, ਤਾਂ ਕਿ ਮੇਰਾ ਪਰਮੇਸ਼ਰ ਪੂਰੇ ਘਰਾਣੇ ਨੂੰ ਆਸ਼ੀਸ਼ਿਤ ਕਰੇ, ਜਿਸ ਦੇ ਨਾਲ ਪ੍ਰਭੂ ਦੇ ਨਾਮ ਦੀ ਮਹਿਮਾ ਅਤੇ ਵਡਿਆਈ ਹੋ ਸਕੇ। ਇਸ ਲਈ ਇੱਕ ਵਾਰ ਫਿਰ ਮੈਂ ਆਪ ਨੂੰ ਸਬਜੈਕਟ ਯਾਦ ਕਰਾਉਣਾ, ਇੱਕ ਵਿਸ਼ਵਾਸੀ ਪਰਿਵਾਰ ਵਿੱਚ ਬੱਚਿਆਂ ਦੀ ਪਰਵਰਿਸ਼ ਪ੍ਰਭੂ ਦੇ ਵਚਨ ਦੇ ਨਾਲ ਕਰਨੀ ਚਾਹੀਦੀ ਹੈ, ਤਾਂ ਕਿ ਪ੍ਰਭੂ ਦੀ ਆਸ਼ੀਸ਼ ਸਾਡੇ ਪਰਿਵਾਰ ਵਿੱਚ ਆ ਸਕੇ। ਪ੍ਰਭੂ ਆਪ ਨੂੰ ਅਜਿਹਾ ਕਰਨ ਦੇ ਲਈ ਮਦਦ ਕਰੇ, ਤਾਂ ਕਿ ਪ੍ਰਭੂ ਦੇ ਨਾਮ ਦੀ ਮਹਿਮਾ ਆਪ ਦੇ ਪਰਿਵਾਰ ਦੇ ਵਿੱਚ ਹੁੰਦੀ ਰਹੇ। ਜੈ ਮਸੀਹ।